ਹੈਲੋ ਦੋਸਤੋ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗਿਲਜ ਮੈਂਟੋਰ ਦੇ ਆਫੀਸ਼ੀਅਲ YouTube ਚੈਨਲ ਤੇ। ਔਰ ਮੈਨੂੰ ਉਮੀਦ ਹੈ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ। ਸਾਰੇ ਪਟਵਾਰੀਆਂ ਲਈ ਬਹੁਤ ਇੰਪੋਰਟੈਂਟ ਇਹ ਸੀਰੀਜ਼ ਚੱਲ ਰਹੀ ਹੈ। ਦੱਸਣਾ ਚਾਹੁੰਦਾ ਹੈ ਕਿ 90 ਦਿਨਾਂ ਦੇ ਕ੍ਰੈਸ਼ ਕੋਰਸ ਦੇ ਵਿੱਚ ਅੱਜ ਅਸੀਂ ਕਰਨ ਜਾ ਰਹੇ ਹਾਂ ਐਗਰੀਕਲਚਰ ਦਾ 7ਵਾਂ ਪਾਰਟ ਹੈ। ਬਹੁਤ ਖੂਬਸੂਰਤ ਸੈਸ਼ਨ ਹੋਏਗਾ ਅੱਜ ਦਾ। और मैं ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਤੁਸੀਂ ਯਾਰ ਇੱਕ ਵਾਰੀ ਸਬਸਕ੍ਰਾਈਬ ਕਰ ਲਓ ਚੈਨਲ, ਬਹੁਤ ਇੰਪੋਰਟੈਂਟ ਹੈ, ਜਲਦੀ ਜਲਦੀ। ਔਰ ਜੇ ਤੁਸੀਂ ਚਾਹੁੰਦੇ ਤੁਹਾਡੇ ਤੱਕ ਜਿੰਨੀ ਵੀ ਜਾਣਕਾਰੀ ਅਪਡੇਟਸ ਹੋ ਰਹੀ ਹੈ, ਚਾਹੇ ਉਹ ਸਰਕਾਰੀ ਜੌਬ ਦੇ ਸੰਬੰਧ 'ਚ ਹੈ, ਆਉਣ ਵਾਲੀਆਂ ਅਸਾਮੀਆਂ ਹੈ, ਰੈਗੂਲਰ ਕਲਾਸਿਸ ਹੈ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਜਿਹੜੀ ਬੈਲ ਦਿੱਤੀ ਉਹਨੂੰ ਪ੍ਰੈਸ ਕਰਨਾ ਨਹੀਂ ਭੁੱਲਣਾ, ਕਿਉਂਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਆਏਗਾ ਤਾਂ ਤੁਸੀਂ ਸਾਰੀ ਜਾਣਕਾਰੀ, ਲੇਟੈਸਟ ਜਾਣਕਾਰੀ ਬੇਸਿਕਲੀ ਤੁਸੀਂ ਜਾਣ ਸਕਦੇ ਹੋ, ਦੇਖ ਸਕਦੇ ਹੋ। ਦੱਸਣਾ ਚਾਹੁੰਦਾ ਹੈ ਸਰਕਾਰੀ ਜੌਬ ਦੇ ਸੰਬੰਧ 'ਚ ਗਿਲਜ ਮੈਂਟੋਰ ਦੀ ਟੀਮ ਤੁਹਾਨੂੰ ਸਭ ਤੋਂ ਪਹਿਲਾਂ ਇੰਪੋਰਟੈਂਟ ਅਪਡੇਟਸ ਦੇ ਰਹੀ ਹੈ। ਔਰ ਪੰਜਾਬ ਕੈਰੀਅਰ ਅੱਡਾ ਤੇ ਵੀ ਤੁਸੀਂ ਅਪਡੇਟ ਲੈ ਸਕਦੇ ਹੋ। ਦੋਨੋਂ ਚੈਨਲ ਤੁਸੀਂ ਡਿਸਕ੍ਰਿਪਸ਼ਨ 'ਚ ਲਿੰਕਸ ਦੇ ਰੱਖੇ ਨੇ, ਕਲਿੱਕ ਕਰਕੇ ਤੁਸੀਂ ਸਬਸਕ੍ਰਾਈਬ ਕਰੋ। ਨਾਲ ਹੀ ਲਿੰਕਸ ਨੂੰ ਸ਼ੇਅਰ ਕਰ ਦਿਓ ਤੁਹਾਡੇ ਫਰੈਂਡਸ ਤੱਕ, ਤਾਂ ਕਿ ਸਾਰਿਆਂ ਸਟੂਡੈਂਟਸ ਤੱਕ ਇਹਦੀ ਪੂਰੀ ਜਾਣਕਾਰੀ ਪਹੁੰਚ ਜਾਵੇ। ਅਨਲਿਮਟਿਡ ਪੰਜਾਬ ਪਟਵਾਰੀ ਮੌਕ ਟੈਸਟ ਸੀਰੀਜ਼ ਅਤੇ ਈ ਬੁੱਕਸ ਔਰ PDFs ਲਈ ਔਰ ਸੈਕਸ਼ਨਲ ਟੈਸਟ ਲਈ ਤੁਸੀਂ ਸਾਡੀ ਆਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ। www.giljmentortest.com ਤੇ ਪਹੁੰਚ ਸਕਦੇ ਹੋ, ਜਿੱਥੇ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਪਲਾਨ ਸਬਸਕ੍ਰਾਈਬ ਕਰ ਸਕਦੇ ਹੋ ਔਰ ਆਪਣੀ ਤਿਆਰੀ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਹੋਰ ਵੀ ਚਾਰ ਚੰਦ ਲਾ ਸਕਦੇ ਹੋ। ਦੱਸਣਾ ਚਾਹੁੰਦਾ ਹੈ ਕਿ ਪੰਜਾਬ ਪੁਲਿਸ ਲਈ ਔਰ ਇਸ ਤੋਂ ਇਲਾਵਾ PPSC ਦੇ ਜਿੰਨੇ ਵੀ ਪੇਪਰਸ ਕੰਡਕਟ ਕੀਤੇ ਜਾਣਗੇ, ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਲਈ ਹੈ, ਟੀਚਰਸ ਭਰਤੀ ਲਈ ਹੈ, ਚਾਹੇ PCS ਐਗਜ਼ਾਮਸ ਹੈ, ਇਹਦੀ ਬਹੁਤ ਜਲਦੀ ਅਸੀਂ ਲਾਈਵ ਕਲਾਸਿਸ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬ ਕੈਰੀਅਰ ਅੱਡਾ ਤੇ। ਤੁਸੀਂ ਚੈਨਲ ਹੁਣੀ ਸਬਸਕ੍ਰਾਈਬ ਕਰ ਲਓ ਪਲੀਜ਼, ਠੀਕ ਹੈ। ਅੱਜ ਦੀ ਸੀਰੀਜ਼ ਦਾ ਪਹਿਲਾ ਕੁਐਸਚਨ ਸਕਰੀਨ ਤੇ ਦੇ ਰੱਖਿਆ ਹੈ, ਆ ਰਿਹਾ। ਮੇਰੇ ਨਾਲ ਸਾਰੇ ਕੁਐਸਚਨਸ ਤੁਸੀਂ ਦੇਖਣੇ ਹੈ, ਜਿਹਦਾ ਵੀ ਆਨਸਰ ਆਉਂਦਾ ਹੈ ਵੈਰੀ ਗੁੱਡ ਹੈ, ਅਦਰਵਾਈਜ਼ ਤੁਸੀਂ ਪ੍ਰੋਪਰ ਹਰ ਕੁਐਸਚਨ ਨੂੰ ਅੱਛੇ ਤਰੀਕੇ ਨਾਲ ਸਮਝਣਾ ਹੈ, ਦੇਖਣਾ ਹੈ, ਤਾਂ ਕਿ ਤੁਸੀਂ ਕਿਸੇ ਵੀ ਕੁਐਸਚਨ ਨੂੰ ਸਕਿਪ ਨਾ ਕਰ ਸਕੋ ਔਰ ਸਹੀ ਜਾਣਕਾਰੀ ਦੇ ਤੌਰ ਤੇ ਤੁਸੀਂ ਸਾਰੇ ਕੁਐਸਚਨਸ ਦੇਖ ਸਕਦੇ ਹੋ। ਚਲਿਏ ਸ਼ੁਰੂ ਕਰਦੇ ਹਾਂ। ਅੱਜ ਦੀ ਸੀਰੀਜ਼ ਦਾ ਪਹਿਲਾ ਕੁਐਸਚਨ ਸਕਰੀਨ ਤੇ ਦੇ ਰੱਖਿਆ ਹੈ। ਫਾਰਮਿੰਗ ਜਿਹੜੀ ਹੈਗੀ ਹੈ, ਇਹਨੂੰ ਬੇਸਿਕਲੀ ਕਿੰਨੇ ਤਰੀਕੇ ਦੇ ਵਿੱਚ ਆਪਾਂ ਕਲਾਸੀਫਾਈਡ ਕਰ ਸਕਦੇ ਹਾਂ। ਦੇਖੋ ਇਹਦੇ ਤੁਹਾਨੂੰ ਆਪਸ਼ਨ ਦੇ ਰੱਖੇ 5। ਇਹਦਾ ਸਹੀ ਆਨਸਰ ਕੀ ਹੋ ਸਕਦਾ ਹੈ? ਇਹਦਾ ਸਹੀ ਆਨਸਰ ਹੋ ਸਕਦਾ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਬੇਸਿਕਲੀ ਐਗਜ਼ਾਮ ਦੇ ਵਿੱਚ ਇਦਾਂ ਦੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ, ਲੇਕਿਨ ਬਹੁਤ ਸਾਰੇ ਸਟੂਡੈਂਟਸ ਇਸ ਚੀਜ਼ ਨੂੰ ਜਾਣੇ ਨਾ ਅਣਜਾਣੇ ਦੇ ਵਿੱਚ ਬਲਕਿ ਮਿਸ ਕਰ ਰਹੇ ਨੇ। ਮੈਂ ਕਹਾਂਗਾ ਕਿ ਸਮਝ ਨਹੀਂ ਪਾ ਰਹੇ ਹੈ। ਲੇਕਿਨ ਕੀ ਹੁੰਦਾ ਦੋਸਤੋ, ਦੋ ਪ੍ਰਕਾਰ ਦੀ ਖੇਤੀ ਹੁੰਦੀ ਹੈ। ਇੱਕ ਹੁੰਦੀ ਹੈ ਸਬਸਿਸਟੈਂਸ। ਸਬਸਿਸਟੈਂਸ ਦਾ ਮਤਲਬ ਹੁੰਦਾ ਨਿਰਵਾਹ ਕਰਨ ਖੇਤੀ ਜਿਹੜੀ ਹੁੰਦੀ ਹੈ, ਵੀ ਮਤਲਬ ਗੁਜ਼ਰ ਬਸਰ ਕਰਨਾ, ਵੀ ਜਿਵੇਂ ਆਪਾਂ ਬੀਜਤੀ ਬਸ ਉਹਨੂੰ ਜਿਵੇਂ ਹਾਰਵੈਸਟ ਕਰ ਲਿਆ, ਵੱਢ ਲਈ, ਠੀਕ ਹੈ, ਉਹਨੂੰ ਬਾਜ਼ਾਰ ਮੰਡੀ ਲੈ ਕੇ ਵੇਚਤੀ, ਆੜ੍ਹਤੀਏ ਤੋਂ ਪੈਸੇ ਚੁੱਕ ਲਿਆਂਦੇ, ਜਾਂ ਆਪਾਂ ਕੋਈ ਘਰ ਦਾ ਕੰਮ ਕਰਨਾ ਵੇਚ ਕੇ ਕੱਢ ਲਿਆ, ਜੁਗਾੜ ਪਾਣੀ ਕਰ ਲਿਆ, ਠੀਕ ਹੈ। ਦੂਜੇ ਤਰੀਕੇ ਦੀ ਹੁੰਦੀ ਹੈ ਕਮਰਸ਼ੀਅਲ ਖੇਤੀ, ਜਿਹਦੀ ਜਾਣਕਾਰੀ ਵੀ ਹੇਠਾਂ ਤੁਹਾਨੂੰ ਦੇ ਰੱਖੀ ਹੈ। ਜਿਹਦਾ ਆਪਸ਼ਨ ਨੰਬਰ ਕਿਹੜਾ ਹੋਏਗਾ? ਆਪਸ਼ਨ ਨੰਬਰ ਹੋਏਗਾ ਤੀਜਾ, ਮਤਲਬ ਕਿ ਇਹਦੀ ਦੋ ਪ੍ਰਕਾਰ ਦੀ ਖੇਤੀ ਹੁੰਦੀ ਹੈ। ਤੁਸੀਂ ਐਗਜ਼ਾਮ ਦੇ ਵਿੱਚ ਵੀ ਦੇ ਸਕਦੇ ਹੋ, ਤੁਹਾਨੂੰ ਜੇ ਪੁੱਛਿਆ ਜਾਵੇ ਤਾਂ ਪਲੀਜ਼, ਬਹੁਤ ਇੰਪੋਰਟੈਂਟ ਹੈ ਅਪਡੇਟਸ, ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਤੱਕ ਮਿਲ ਜਾਣਗੀਆਂ। ਅੱਜ ਦੀ ਸੀਰੀਜ਼ ਦਾ ਨੈਕਸਟ ਕੁਐਸਚਨ ਦੇਖਦੇ ਹਾਂ। ਇਹਦੇ 'ਚ ਤੁਹਾਨੂੰ ਕੀ ਜਾਣਕਾਰੀ ਦੇ ਰੱਖੀ ਹੈ? ਅੱਛਾ ਕੁਐਸਚਨ ਹੈਗਾ। ਇਹ ਜੇ ਤੁਹਾਨੂੰ ਟਾਈਪ ਦੱਸਣਾ ਐਗਰੀਕਲਚਰ ਦਾ, ਜਿਹਨੂੰ ਕਿ ਆਪਾਂ ਸਲੈਸ਼ ਐਂਡ ਬਰਨ ਫਾਰਮਿੰਗ ਕਹਿੰਦੇ ਆ। ਸਲੈਸ਼ ਔਰ ਬਰਨ ਫਾਰਮਿੰਗ ਕਿਹਨੂੰ ਕਿਹਾ ਜਾਂਦਾ ਹੈ? ਵੀ ਹੈਵ 5 ਆਪਸ਼ਨ ਹੇਅਰ। ਸੋ ਆਪਾਂ ਕਰੈਕਟ ਆਪਸ਼ਨ ਇਹਦਾ ਕਿਹੜਾ ਹੋਏਗਾ? ਤਾਂ ਇਹਦਾ ਸਹੀ ਆਨਸਰ ਹੋਏਗਾ, ਪਿਆਰੇ ਦੋਸਤੋ, ਬਹੁਤ ਇੰਪੋਰਟੈਂਟ ਅਪਡੇਟ ਹੈ, ਸ਼ਿਫਟਿੰਗ ਐਗਰੀਕਲਚਰ ਨੂੰ ਕਹਿੰਦੇ ਆ। ਕਿਹੜੀ ਨੂੰ ਕਹਿੰਦੇ ਆਪਾਂ? ਸ਼ਿਫਟਿੰਗ ਐਗਰੀਕਲਚਰ ਨੂੰ ਕਹਿੰਦੇ ਆ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਸਲੈਸ਼ ਐਂਡ ਬਰਨਿੰਗ ਫਾਰਮਿੰਗ ਹੈ ਜਿਹੜੀ, ਉਹਨੂੰ ਆਪਾਂ ਕਵਾਂਗੇ ਸ਼ਿਫਟਿੰਗ ਐਗਰੀਕਲਚਰ। ਇਹਦਾ ਆਪਸ਼ਨ ਨੰਬਰ ਕਿਹੜਾ ਹੋਏਗਾ? ਆਪਸ਼ਨ ਨੰਬਰ ਹੋਏਗਾ ਚੌਥਾ, ਸਾਡੇ ਕੋਲ ਬਿਲਕੁਲ ਰਾਈਟ ਆਨਸਰ ਹੋਏਗਾ। ਸਲੈਸ਼ ਔਰ ਬਰਨਿੰਗ ਫਾਰਮਿੰਗ ਹੈ ਨਾ ਜਿਹੜੀ, ਇਹ ਮੈਂ ਕਹਿ ਸਕਦਾ ਕਿ ਫਾਰਮ ਆਫ ਸ਼ਿਫਟਿੰਗ ਐਗਰੀਕਲਚਰ ਤੋਂ ਹੀ ਬਣਿਆ, ਜਿੱਥੇ ਕਿ ਜਿਵੇਂ ਆਪਾਂ ਨੈਚੁਰਲ, ਜਿਵੇਂ ਆਪਾਂ ਵੈਜੀਟੇਸ਼ਨ ਕਹਿੰਦੇ ਆ, ਕੱਟ ਡਾਊਨ ਕਹਿੰਦੇ ਆ, ਬਰਨਿੰਗ ਕਰਨਾ, ਕਲੀਅਰ ਕਰਨਾ, ਜਿਵੇਂ ਕਿ ਆਪਾਂ ਲਾਈਕ ਕਹਿੰਦੇ, ਦੇਖੋ ਝਾੜ ਬੂਟੀਆਂ ਹੁੰਦੀਆਂ, ਉੱਥੇ ਖੇਤੀ ਕਰਨੀ ਹੈ, ਉਹਨੂੰ ਪਹਿਲਾਂ ਵੱਢਿਆ ਜਾਂਦਾ, ਸਾੜ ਦਿੱਤਾ ਜਾਂਦਾ, ਸਾਫ਼ ਕੀਤਾ ਜਾਂਦਾ, ਫਿਰ ਉੱਥੇ ਖੇਤੀਬਾੜੀ ਕਰਨਾ, ਲਾਈਕ ਜਿਸ ਤਰੀਕੇ ਦੀ ਆਪਾਂ ਕਹਿ ਸਕਦੇ ਹਾਂ। ਔਰ ਮੈਂ ਕਹਿ ਸਕਦਾ ਕਿ ਉੱਥੋਂ ਬਿਲਕੁਲ ਪਲਾਟ ਨੂੰ ਜਾਂ ਜਗ੍ਹਾ ਨੂੰ ਬਿਲਕੁਲ ਫਰੈਸ਼ ਕਰਕੇ ਉੱਥੇ ਖੇਤੀਬਾੜੀ ਕਰਨਾ, ਦੈਟ ਇਜ਼ ਨੋਨ ਐਜ਼ ਦਾ ਐਗਰੀਕਲਚਰ, ਨੋਨ ਐਜ਼ ਦਾ ਸਲੈਸ਼ ਐਂਡ ਬਰਨਿੰਗ, ਬਲਕਿ ਬਰਨ ਫਾਰਮਿੰਗ ਉਹਨੂੰ ਕਿਹਾ ਜਾਂਦਾ ਵਾ, ਠੀਕ ਹੈ। ਚਲਿए नेक्स्ट क्वेश्चन देखते हैं आप। क्वेश्चन नंबर है नेक्स्ट, बहुत इंपॉर्टेंट है, खूबसूरत सोहना जिहा क्वेश्चन दे रखा है। ये पूछा गया थोड़ा डैश डैश डैश, ये इकोलॉजिकल सिस्टम ऑफ एग्रीकल्चर, मतलब इकोलॉजिकल सिस्टम एग्रीकल्चर का किहड़ा वा। थोनों इत्थे बेसिकली 5 ऑप्शन दे रखे है, तो याद रख लो, इनू बिल्कुल रट्टा मार लो। जिहड़ा कि नोमाडिक हार्डिंग है ना, नोमाडिक हार्डिंग है, इसनू इकोलॉजिकल सिस्टम ऑफ एग्रीकल्चर कहा जाता है। हुण नोमैडिक हार्डिंग की चीज़ हुंदा है? ये बेसिकली एक इहो जिहा इकोलॉजिकल, या मैं कह सकदा कि नीयर इकोलॉजिकल सिस्टम है एग्रीकल्चर का, खेतीबाड़ी का। बेसिकली की है कि एक मेनली आप कह सकते हैं कि जिमें
ਇਹ ਕੈਰੀਡ ਔਨ ਮੇਨਲੀ ਪ੍ਰੋਡਿਊਸ ਫੂਡ ਐਂਡ ਫੈਮਿਲੀ, ਜੋ ਕਿ ਮੇਨਲੀ ਕੈਰੀਡ ਕਰਦਾ ਹੈ ਪ੍ਰੋਡਿਊਸ ਅਤੇ ਫੈਮਿਲੀ ਲਈ, ਔਰ ਪ੍ਰੈਕਟਿਸਾਈਜ਼ ਕੀਤਾ ਜਾਂਦਾ ਐਰਿਡ ਰੀਜਨ, ਜਿਵੇਂ ਕਿ ਆਪਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਅਤੇ ਰਾਜਸਥਾਨ ਦੇ ਵਿੱਚ ਇਸ ਪ੍ਰਕਾਰ ਦਾ ਆਪਾਂ ਕਹਿ ਸਕਦੇ ਹਾਂ ਪ੍ਰੈਕਟਿਸਾਈਜ਼ ਹੁੰਦਾ ਹੈ। ਬੇਸਿਕਲੀ ਕੀ ਹੈ ਕਿ ਦੋਨਾਂ ਸਟੇਟਸ ਦਾ ਇਨਵਾਇਰਨਮੈਂਟ ਬਹੁਤ ਡਿਫਰੈਂਟ ਹੈ, ਠੀਕ ਹੈ। ਜਿੱਥੋਂ ਤੱਕ ਆਪਾਂ ਕਹਿ ਸਕਦੇ ਹਾਂ ਕਿ J&K ਦਾ ਹੈ ਥੋੜਾ ਜਿਹਾ ਵਾਤਾਵਰਣ ਠੰਡਾ ਰਹਿੰਦਾ, ਬਟ ਰਾਜਸਥਾਨ ਦਾ ਵਾਤਾਵਰਣ ਬਹੁਤ ਜ਼ਿਆਦਾ ਹੀਟ ਰਹਿੰਦਾ, ਗਰਮ ਰਹਿੰਦਾ ਹੈ। ਬੇਸਿਕਲੀ ਇਸ ਪਰਟੀਕੂਲਰ ਏਰੀਆ ਦੇ ਵਿੱਚ ਆਪਾਂ ਨੋਮੈਡਿਕ ਨੂੰ ਨਾਮ ਦੇ ਸਕਦੇ। ਦੇਖੋ ਹੁਣ ਮੈਂ ਤੁਹਾਨੂੰ ਦੋ ਵਾਪਸ ਐਗਜ਼ਾਮਪਲ ਤੇ ਲੈ ਕੇ ਚੱਲਾਂਗਾ ਵੀ ਨੋਮੈਡਿਕ ਬੇਸਿਕਲੀ ਹੈ ਕੀ ਇਕੋਲੋਜੀਕਲ। ਦੇਖੋ ਇਹ ਹੈਗਾ ਵੀ ਲੋਕਾਂ ਨੇ ਆਪਣਾ ਰੁਜ਼ਗਾਰ ਕਰਨਾ, ਜਾਂ ਖੇਤੀਬਾੜੀ ਦੇ ਤੌਰ ਤੇ ਮੈਂ ਕਹਾਂਗਾ ਕਿ ਭੇਡ ਭੂੜ ਇਦਾਂ ਦੀਆਂ ਭੇਡਾਂ ਭੂੜਾਈਆਂ ਪਾਲਦੇ ਆ ਨਾ, ਲਾਈਕ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਨੋਮੈਡਿਕ ਆਪਾਂ ਪੋਸਟਰਲਿਜ਼ਮਸ ਕਹਿੰਦੇ ਆ ਜਿਨ੍ਹਾਂ ਨੂੰ। ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਦਾ ਹੈਗਾ ਕਿ ਵਾਤਾਵਰਣ ਬਹੁਤ ਜ਼ਿਆਦਾ ਖੁੱਲਾ ਹੈ, ਔਰ ਪਹਾੜੀ ਖੇਤਰ J&K ਦੇ ਵਿੱਚ ਕਹਿ ਦਈਏ ਕਿ ਲੋਕੀ ਪਹਾੜੀ ਖੇਤਰਾਂ ਦੇ ਇਹਨਾਂ ਨੂੰ ਰੱਖਦੇ ਨੇ। ਟਰੂ ਨੋਮੈਡ ਜਿਵੇਂ ਆਪਾਂ ਇਰੈਗੂਲਰ ਪੈਟਰਨ ਤੇ ਮੂਵਮੈਂਟ ਹੁੰਦਾ ਆ, ਠੀਕ ਹੈ। ਬੇਸਿਕਲੀ ਇਸ ਪੈਟਰਨ ਨੂੰ ਆਪਾਂ ਨੋਮੈਡਿਕ ਕਹਿ ਸਕਦੇ ਹਾਂ। ਤੁਸੀਂ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਯਾਦ ਰੱਖਣਾ ਹੈ, ਇਹ ਚੀਜ਼ਾਂ ਤੁਹਾਨੂੰ ਪੁੱਛੀਆਂ ਜਾ ਸਕਦੀਆਂ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। ਚਲਿਏ ਵਾਪਸ ਤੋਂ ਪਰਟੀਕੂਲਰ ਖਾਨਾ ਬਦੋਸ਼ੀ हेयरिंग भी ਇਹਨੂੰ ਕਿਹਾ ਜਾਂਦਾ ਹੈ, ठीक है। मतलब आप अगर शुद्ध खाना बदोशी हेयरिंग, ठीक है। चलिए नैक्सट क्वेश्चन देखते हैं आप। क्वेश्चन नंबर 24 दे रखा है, इन्हों के तुसीं दसना है। बेसिकली थोनों इत्थे वापस तो दिते गए ने, विच ऑफ द फॉलोइंग इज द ब्रांच ऑफ एग्रीकल्चर कंसर्नड विद द रेजिंग ऑफ लाइव स्टॉक। लाइव स्टॉक दे विचों दसना वा किहड़ी इहदी चों ब्रांच हैगी है, ते द ऑप्शन नंबर किहड़ा होएगा। हुणे तुहानूं मैं साझा कीता सी जानकारी किहड़ी होएगी। बेसिकली याद रखना तुसीं पास्टोरलिज्म्स हैगा, बेसिकली इस नूं आपां कह सकते हैं किहड़े विचों लाइव स्टॉक दे विचों है, ठीक है। चलिए नोट करो ऑप्शन नंबर 5वां, ऑप्शन नंबर 5वां, ठीक है। पास्टोरलिज्म ये ब्रांच है एग्रीकल्चर का। बेसिकली की है कि रेजिंग ऑफ लाइव स्टॉक होंगे। लाइव स्टॉक कहते हैं पशु पालन प्रक्रिया नूं, ठीक है। या आप कह सकते हैं एनीमल हसबेंडरी केयर करना, टेंडिंग करना एनीमल सच जिमें कि केमल हो गया, गॉट हो गया, कैटल्स हो गया, याक्स हो गया, या इलमास हो गया, या शीप हो गया। याद रखना ये बेसिकली कादे चाहते हैं, ये लाइव स्टॉक के अंदर आते हैं। तो पास्टोरलिज्म इज द राइट चॉइस होएगा। आई थिंक थोनों समझ आ गया होएगा। चलिए इंपॉर्टेंट है। चलिए दोस्तों मैनू कमेंट बॉक्स तुसीं प्लीज़ एक बारी दसो प्रक्रिया तुहानूं सारी समझ आ पा रही है, ठीक है। जिन्ने भी क्वेश्चनस ने चाहे वो थोड़ा जा तुहानूं अंग्रेजी भाषा दे रखे ने, बट समझना बहुत जरूरी है। हुण ये पास्टोरलिज्म्स किहनूं कहंदे ने, ग्रामीण क्षेत्रां दे विच, यानी ये पास्टोरलिज्म मतलब पिंड देहाती क्षेत्र ने अपना जीवन यापन करते हैं, उन्हां ते बेसिकली पूछा गया वा, ठीक है। चलिए नैक्सट क्वेश्चन है, गोल्डन फाइबर इज द अदर नेम ऑफ। गोल्डन फाइबर नूं दूजा नाम की दिता गया वा, तो ये बिल्कुल इको ही आंसर होएगा, जूट है। गोल्डन फाइबर इनू कहा जाता वा। जूट का जो नाम है ना, ये फाइबर है बेसिकली, जिमें कि आप कह सकते हैं कि यूज टू मे इनू मतलब बरलेप है, या आप हिसन है, या गुन्नी क्लोथ है, इदां दा बनाया जाता है ना। जूट नूं बेसिकली गोल्डन फाइबर के नाम तो भी जानिया जाता है, क्यों इसका कलर और हाई जो क्लैश वैल्यू है, इस करके इसनूं गोल्डन फाइबर कहा जाता है जूट नूं। और जूट की प्रोडक्शन सब तो ज़्यादा कित्थे हुंदी है, वेस्ट बंगाल। तुसीं ये भी याद रखना है। चलिए नैक्सट क्वेश्चन है, वाटर लॉगिंग इज एसेंशियल फॉर विच क्रॉप कल्टीवेशन। वाटर लॉगिंग की गल है भी पानी लॉगिंग, देखो पानी सब तो ज़्यादा किहड़ी फसल लई लाभदायक है। सीधी जी गल है, सब नूं पता है। देखो कणक दे विच जे पानी छड्डोगे कणक सड़ जाएगी, सरों च पानी बाहला छड्डोगे सरों भी सड़ जाएगी। तंबाकू का कोई लेना देना नहीं है, ऑल ऑफ दीज हो नहीं सकता। इक्को एक बच गई राइस है। चौलों दे विच पानी ठल्ली रखोगे ना, बाहला भी माड़ा है बट लिमिट सिर दा मैं कह सकदा ठीक ठाक है। बेसिकली कि वाटर लॉगिंग जो रैफर है ना, ये याद रखना है कि तुसी स्टरशेशनस बेसिकली जी सोल ते वाटर है ना, मिट्टी दे विच जो तालमेल है, बेसिकली पानी का ज़्यादातर आप राइस लिए कह सकते हैं। वाटर लॉगिंग बिल्कुल सही आंसर होएगा, तो ऑप्शन नंबर चौथा राइट आंसर है। नैक्सट क्वेश्चन है, क्वेश्चन नंबर 27वां देखते हैं। बेसिकली पीडीएस का मतलब होता है पब्लिक डिस्ट्रीब्यूशन सिस्टम, एडमिनिस्ट्रेशन बाय विच मिनिस्ट्री, केड़ी मिनिस्ट्री द्वारा हैगा वा, ठीक है। 5 ऑप्शन तुहानूं गिवन है, याद रखना यह मिनिस्ट्री ऑफ कंज्यूमर अफेयर एंड फूड एंड पब्लिक डिस्ट्रीब्यूशन। ऑप्शन नंबर चौथा होएगा। ये भी एग्जाम दे विच पूछा जा सकता और गया सी, तुहानूं पूछा गया सी, ठीक है। दसना चाहना है कि पीडीएस दे विच पब्लिक डिस्ट्रीब्यूशन सिस्टम इंडियन फूड सिक्योरिटी सिस्टम है, इनू इस्टैबलिश किया गया सी गवर्नमेंट ऑफ इंडिया द्वारा अंडर द मिनिस्ट्री ऑफ कंज्यूमर अफेयर एंड फूड एंड पब्लिक डिस्ट्रीब्यूशन। ये मैनेज कर दी है जॉइंटली स्टेट गवर्नमेंट इन इंडिया, ठीक है। और ये डिस्ट्रीब्यूट कर दी ने सबसिडीज़, जिमें कि फूड और नॉन फूड आइटम्स है
ਭਾਰਤ ਦੇ ਵਿੱਚ ਜਿਵੇਂ ਕਿ ਪੂਰ ਖੇਤਰ ਦੇ ਵਿੱਚ ਗੱਲ ਕਰਦੇ ਆ ਉੱਥੋਂ ਤੱਕ ਯਾਦ ਰੱਖਣਾ ਹੈ ਸਕੀਮ ਜਿਹੜੀਆਂ ਵੀ ਇਹ ਲਾਂਚ ਕੀਤੀਆਂ ਗਈਆਂ ਸੀ, ਇਹ ਸਕੀਮ ਲਾਂਚ ਕੀਤੀ ਗਈ ਸੀ 1997 ਜੂਨ ਦੇ ਵਿੱਚ। ਇਹ ਵੀ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਕੀ ਪੁੱਛਿਆ ਜਾ ਸਕਦਾ ਹੈ ਕਿ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ PDS ਹੈ, ਇਹ ਕਦੋਂ ਲਾਂਚ ਕੀਤਾ ਗਿਆ ਸੀ? ਇਹ ਜੂਨ 1997 ਚ ਲਾਂਚ ਕੀਤਾ ਗਿਆ ਸੀਗਾ। ਬੇਸਿਕਲੀ ਇਹਨੂੰ ਸਟੈਬਲਿਸ਼ ਕੀਤਾ ਗਿਆ ਸੀ ਗਵਰਨਮੈਂਟ ਆਫ ਇੰਡੀਆ ਦੁਆਰਾ। ਕਿਹਦੇ ਅੰਡਰ? ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰ ਐਂਡ ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਦੇ ਅੰਡਰ। ਬੇਸਿਕਲੀ ਕੀ ਇਹ ਜੁਆਇੰਟਲੀ ਮੈਨੇਜ ਕਰਦਾ ਵਾ ਸਟੇਟ ਗਵਰਨਮੈਂਟ ਇੰਡੀਆ ਔਰ ਉਹ ਮਤਲਬ ਪੂਰ ਖੇਤਰ ਆਫ ਇੰਡੀਆ ਦੇ ਵਿੱਚ, ਯਾਨੀ ਇਹ ਸਬਸਿਡੀਜ਼ ਦਿੰਦੀ ਹੈ ਫੂਡ ਅਤੇ ਨੌਨ ਫੂਡ ਆਈਟਮਸ ਤੇ। ਚਲਿਏ ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਕੁਐਸਚਨ ਨੰਬਰ ਦੇ ਰੱਖਿਆ ਤੁਹਾਨੂੰ 28ਵਾਂ। ਰਾਈਟ ਆਫ ਫੂਡ ਐਕਟ ਵਾਜ਼ ਇੰਟਰੋਡਿਊਸ ਇਨ ਵਿਚ ਈਅਰ? ਮਤਲਬ ਕਿ ਰਾਈਟ ਆਫ ਫੂਡ, ਠੀਕ ਹੈ, ਇਹਨੂੰ ਕਿਹੜੇ ਸਾਲ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀਗਾ? ਤਾਂ ਯਾਦ ਰੱਖਣਾ 2013 ਬਿਲਕੁਲ ਰਾਈਟ ਆਪਸ਼ਨ ਹੋਏਗਾ। ਆਪਸ਼ਨ ਨੰਬਰ 5ਵਾਂ ਬਿਲਕੁਲ ਰਾਈਟ ਆਨਸਰ ਹੈ। ਯਾਦ ਰੱਖਣਾ ਹੈ ਕਿ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਚ ਬਣਾਇਆ ਗਿਆ ਸੀਗਾ, ਜਿਸ ਨੂੰ ਕਿ ਰਾਈਟ ਟੂ ਫੂਡ ਐਕਟ ਵੀ ਕਿਹਾ ਜਾਂਦਾ ਹੈ। ਇਹ ਐਕਟ ਬੇਸਿਕਲੀ ਪਾਰਲੀਮੈਂਟ ਆਫ ਇੰਡੀਆ ਏਮਸ ਇਹਦਾ ਕੀ ਹੈ? ਇਹਦਾ ਏਮਸ ਹੈ ਸਬਸਿਡੀਡ ਜਿੰਨਾ ਵੀ ਬਲਕਿ ਪ੍ਰੋਵਾਈਡਡ ਸਬਸਿਡੀਜ਼ ਫੂਡ ਗੇਨਸ ਅਪਰੋਕਸੀਮੇਟਲੀ 2/3 ਆਫ ਇੰਡੀਆ ਵੀ, ਮਤਲਬ 2/3 ਪਾਰਟ ਆਫ ਇੰਡੀਆ, ਔਰ ਲਗਭਗ ਦੇ 1.2 ਬਿਲੀਅਨ ਪੀਪਲ ਆਉਂਦੇ ਨੇ ਮੈਕਸਿਮਮ, ਮੈਂ ਕਹਿ ਸਕਦਾ। ਔਰ ਇਹ ਸਾਈਨ ਕੀਤਾ ਗਿਆ ਸੀਗਾ 12 ਸਤੰਬਰ 2013 ਦੇ ਵਿੱਚ, ਔਰ ਯਾਦ ਰੱਖਣਾ 12 ਸਤੰਬਰ 2013 ਦੇ ਵਿੱਚ, ਠੀਕ ਹੈ। ਚਲਿਏ ਅਗਲਾ ਕੁਐਸਚਨ ਦੇਖ ਲੈਂਦੇ ਆਪਾਂ। ਨੈਕਸਟ ਕੁਐਸਚਨ 29 ਨੰਬਰ ਕੁਐਸਚਨ ਤੁਹਾਨੂੰ ਦੇ ਰੱਖਿਆ ਸਕਰੀਨ ਤੇ। ਬਹੁਤ ਹੀ ਖੂਬਸੂਰਤ ਜਿਹਾ ਕੁਐਸਚਨ ਹੈ, ਇੰਪੋਰਟੈਂਟ ਹੈ, ਮੈਨੂੰ ਬੜਾ ਸੋਹਣਾ ਲੱਗ ਰਿਹਾ ਕੁਐਸਚਨ ਇਹ, ਠੀਕ ਹੈ। ਤੁਸੀਂ ਵੀ ਮੈਨੂੰ ਕਮੈਂਟ ਕਰਕੇ ਪਲੀਜ਼ ਦੱਸੋ ਕਿ ਤੁਹਾਨੂੰ ਕਿੱਦਾਂ ਲੱਗ ਰਿਹਾ ਕੁਐਸਚਨ ਇਹ। ਚਲਿਏ ਇਹ ਕੁਐਸਚਨ ਦੇ ਵਿੱਚ ਕੀ ਜਾਣਕਾਰੀ ਦੇ ਰੱਖੀ ਹੈ? ਦਾ ਬੇਸਿਕ ਯੂਨਿਟ ਆਫ ਪਲਾਨਿੰਗ ਐਂਡ ਅੰਡਰ ਦਾ, ਠੀਕ ਹੈ, ਇੰਟੀਗ੍ਰੇਟਡ ਦ ਰੂਰਲ ਡਿਵੈਲਪਮੈਂਟ ਪ੍ਰੋਗਰਾਮ ਇਜ਼, ਇਹ ਕਿਹਦੇ ਦੁਆਰਾ ਹੁੰਦਾ ਵਾ? ਠੀਕ ਹੈ, ਤਾਂ ਇੱਥੇ ਤੁਹਾਨੂੰ ਬੇਸਿਕਲੀ ਫੈਮਿਲੀ, ਵਿਲੇਜ, ਡਿਸਟ੍ਰਿਕਟ ਐਂਡ ਆਲ ਆਫ ਥੀਜ਼, ਨਨ ਆਫ ਥੀਜ਼ ਦੇ ਰੱਖਿਆ, ਤੇ ਇਹਦਾ ਸਹੀ ਆਨਸਰ ਕੀ ਹੋਏਗਾ? ਫੈਮਿਲੀ। ਆਪਸ਼ਨ ਨੰਬਰ ਪਹਿਲਾ ਬਿਲਕੁਲ ਰਾਈਟ ਚੁਆਇਸ ਹੈ। ਬੇਸਿਕਲੀ ਕਿ IRDP ਇਹਦੀ ਸ਼ਾਰਟ ਫਾਰਮ ਵੀ ਹੈ, ਜਿਹਨੂੰ ਕਹਿੰਦੇ ਆ ਦਾ ਇੰਟੀਗ੍ਰੇਟਡ ਰੂਰਲ ਡਿਵੈਲਪਮੈਂਟ ਪ੍ਰੋਗਰਾਮ। ਇਹ ਕੀ ਰੂਰਲ ਡਿਵੈਲਪਮੈਂਟ ਪ੍ਰੋਗਰਾਮ ਆਫ ਗਵਰਨਮੈਂਟ ਆਫ ਇੰਡੀਆ ਨੇ ਲਾਂਚ ਕੀਤਾ ਸੀਗਾ ਫਾਈਨੈਂਸ਼ੀਅਲ ਈਅਰ 1978 ਦੇ ਵਿੱਚ। ਫਾਈਨੈਂਸ਼ੀਅਲ ਈਅਰ 1978 ਦੇ ਵਿੱਚ ਸ਼ੁਰੂ ਕੀਤਾ ਸੀਗਾ, ਔਰ ਇਹਨੂੰ ਐਕਸਟੈਂਡ ਕੀਤਾ ਗਿਆ ਸੀਗਾ ਲਗਭਗ 1980 ਦੇ ਵਿੱਚ। ਪਹਿਲਾਂ ਇਹ ਲਗਭਗ 1-2 ਸਾਲ ਵਾਸਤੇ ਟਰਾਈ ਕੀਤਾ ਸੀ, ਬਾਅਦ ਦੇ ਵਿੱਚ ਇਹਨੂੰ ਵਧਾਇਆ ਗਿਆ। ਬੇਸਿਕਲੀ ਇਸ ਪ੍ਰੋਗਰਾਮ ਦੇ ਤਹਿਤ ਯਾਦ ਰੱਖਣਾ ਹੈ, ਐਗਜ਼ਾਮ 'ਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਇੰਟੀਗ੍ਰੇਟਡ ਰੂਰਲ ਡਿਵੈਲਪਮੈਂਟ ਪ੍ਰੋਗਰਾਮ ਜਿਹਨੂੰ IRDP ਕਹਿੰਦੇ ਆ। ਇਹ ਪ੍ਰੋਗਰਾਮ ਹੈ ਰੂਰਲ ਡਿਵੈਲਪਮੈਂਟ ਪ੍ਰੋਗਰਾਮ, ਜਿੰਨੇ ਵੀ ਆਪਾਂ ਗ੍ਰਾਮੀਣ ਖੇਤਰਾਂ ਦੇ ਵਿੱਚ ਵਿਕਾਸ ਕਰਨ ਦੇ ਤਹਿਤ ਗਵਰਨਮੈਂਟ ਆਫ ਇੰਡੀਆ ਨੇ ਲਾਂਚ ਕੀਤਾ ਸੀਗਾ ਫਾਈਨੈਂਸ਼ੀਅਲ ਈਅਰ 1978 ਦੇ ਵਿੱਚ, ਠੀਕ ਹੈ। ਚਲਿਏ ਬਈ ਅਗਲਾ ਸਵਾਲ ਦੇਖ ਲੈਂਦੇ ਆਪਾਂ, ਕੀ ਸਾਨੂੰ ਜਾਣਕਾਰੀ ਦੇ ਰੱਖੀ ਹੈ 30ਵੇਂ ਨੰਬਰ 'ਚ। -- IRDP ਤੇ ਸੇਮ ਸਵਾਲ ਪੁੱਛਿਆ ਜਾ ਰਿਹਾ ਵਾ, ਠੀਕ ਹੈ। ਸਿਲੈਕਟਡ ਐਜ ਏ ਬੇਸਿਕ ਯੂਨਿਟ ਆਫ ਡਿਵੈਲਪਮੈਂਟ ਦਾ ਅੰਡਰ ਇੰਟੀਗ੍ਰੇਟਡ ਰੂਰਲ ਡਿਵੈਲਪਮੈਂਟ ਪ੍ਰੋਗਰਾਮ -- ਠੀਕ ਹੈ। ਦੇ ਰੱਖਿਆ ਕਿ ਮੁਨੀ ਕੈਪੈਸਿਟੀ ਬਲਾਕ ਹੈ, ਡਿਸਟ੍ਰਿਕਟ ਹੈ, ਵਿਲੇਜ ਹੈ, ਲੈਂਡ ਹੈ, ਤੇ ਇਹਦਾ ਸਹੀ ਆਨਸਰ ਹੋਏਗਾ ਵਿਲੇਜ ਖੇਤਰ ਤੇ, ਪਿੰਡਾਂ ਦੇ ਖੇਤਰ ਦੇ ਵਿੱਚ, ਠੀਕ ਹੈ। ਤਾਂ ਬੇਸਿਕਲੀ ਕੀ ਹੈ ਨਾ ਕਿ ਗ੍ਰਾਮੀਣ ਖੇਤਰਾਂ ਦੇ ਵਿੱਚ ਸਹੀ ਤਰੀਕੇ ਨਾਲ ਵਿਕਾਸ ਗਤੀ ਨੂੰ ਤੇਜ਼ੀ ਦੇਣਾ, ਇਹ IRDP ਦਾ ਮੇਨ ਮਕਸਦ ਹੈ। ਬੇਸਿਕ ਯੂਨਿਟ ਹੈ ਪਲੈਨਿੰਗ ਦੀ ਹੈ, ਫੈਮਿਲੀ ਦਾ ਹੈ, ਔਰ ਬੇਸਿਕ ਯੂਨਿਟ ਡਿਵੈਲਪਮੈਂਟ ਇਜ਼ ਵਿਲੇਜ ਅੰਡਰ ਦਾ ਇੰਟੀਗ੍ਰੇਟਡ ਰੂਰਲ ਡਿਵੈਲਪਮੈਂਟ ਪ੍ਰੋਗਰਾਮ। ਹੁਣ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਇਹ ਇੰਟੀਗ੍ਰੇਟਡ ਰੂਰਲ ਡਿਵੈਲਪਮੈਂਟ ਇਹ ਕਿਹੜੀ ਮਿਨਿਸਟਰੀ ਦੇ ਅੰਡਰ ਆਉਂਦਾ ਹੈ? ਪਲੀਜ਼ ਮੈਨੂੰ ਕਮੈਂਟ ਕਰਕੇ ਦੱਸੋ। ਮੈਂ ਚਾਹਾਂਗਾ ਖੋਜਕਰਤਾ ਤੁਸੀਂ ਸਾਰੇ ਬਣੋ, ਜੋ ਟੀਚਰ ਤੁਹਾਨੂੰ ਜੋ ਸਵਾਲ ਪੁੱਛਦਾ ਨਾ ਕਿਤੇ ਵੀ, ਤੁਹਾਡੇ ਚਾਹੇ ਉਹ ਤੁਹਾਨੂੰ ਘਰੇ ਵੀ ਕੋਈ ਪੁੱਛਦਾ ਹੈ, ਤੁਹਾਨੂੰ TV 'ਚ ਵੀ ਕਿਸੇ ਨੇ ਜਨਰਲੀ ਪੁੱਛਿਆ, ਤੁਹਾਨੂੰ ਪਲੀਜ਼ ਖੋਜ ਕਰਿਆ ਕਰੋ, ਕਿਉਂਕਿ ਜਦ ਤੱਕ ਤੁਸੀਂ ਖੋਜਕਰਤਾ ਨਹੀਂ ਬਣੋਗੇ ਤੁਸੀਂ ਅੱਛਾ ਇੱਕ ਪ੍ਰਵਕਤਾ ਨਹੀਂ ਬਣ ਸਕਦੇ। ਕਿ ਜਿੰਨੇ ਵੀ ਪਾਰਟੀਆਂ ਦੀਆਂ ਪ੍ਰਵਕਤਾ ਬਹਿੰਦੇ ਨੇ, ਚਾਹੇ ਨੈਸ਼ਨਲ TV ਤੇ ਡਿਬੇਟਸ ਵਾਸਤੇ ਆਪਾਂ ਐਂਕਰ ਬਹਿੰਦਾ ਹੈ, ਉਹ ਹਰ ਇੱਕ ਬਿੰਦੂਆਂ ਨੂੰ ਬਹੁਤ ਗਹਿਰਾਈ ਨਾਲ ਸਰਚ ਮਾਰਦਾ ਹੈ, ਔਰ ਉਹਨਾਂ ਨੂੰ ਇੰਨੇ ਆંકੜੇ ਪਤਾ ਹੁੰਦੇ ਨੇ ਕਿ ਉਹ ਮੁੱਖ ਜ਼ਬਾਨੀ ਚੀਜ਼ਾਂ ਨੂੰ ਦੱਸ ਜਾਂਦੇ ਨੇ। ਹਾਲਾਂਕਿ ਮੈਂ ਗੱਲ ਇਹ ਨਹੀਂ ਕਰਾਂਗਾ ਕਿ ਸਾਡੇ ਦੇਸ਼ ਦੇ ਵਿੱਚ ਇਦਾਂ ਦੇ ਲੀਡਰ ਵੀ ਨੇ ਵੀ ਜਿਹੜੇ ਗੱਪ ਬਹੁਤ ਮਾਰਦੇ ਨੇ, ਪਰੰਤੂ ਮੈਂ ਤੁਹਾਨੂੰ ਐਕਚੁਅਲ ਚੀਜ਼ਾਂ ਤੇ ਦੱਸ ਰਿਹਾ ਕਿ ਸਾਨੂੰ ਖੋਜਕਰਤਾ ਬਣਨਾ ਬਹੁਤ ਜ਼ਰੂਰੀ ਹੈ। ਸੋ ਦੈਟ ਮੈਂ ਤੁਹਾਨੂੰ ਦੱਸਿਆ, ਇਹਨੂੰ ਪਲੀਜ਼ ਸਰਚ ਕਰੋ, ਕਮੈਂਟ 'ਚ ਲਿਖੋ। ਇੱਥੋਂ ਇਹ ਪਤਾ ਲੱਗਦਾ ਦੂਜਿਆਂ ਨੂੰ ਵੀ ਤੁਹਾਡੇ ਅੰਦਰ ਬੜੀ ਕੈਪੈਸਿਟੀ ਹੈ, ਤੁਸੀਂ ਦੱਸ ਸਕਦੇ ਹੋ। ਚਲਿਏ ਬਈ क्वेश्चन नंबर देखते हैं आप अगला। अगले क्वेश्चन च की पूछा गया पूछा गया तुहानू तो द स्पैशल जो सानू अरेंजमेंट हैगा वा क्रॉप्स एंड द पर्टिकुलर एरिया इज नोन एज उसनू की किया जाता वा क्रॉप टोपोग्राफी है, क्रॉप लैंड रेशियो है या क्रॉपिंग इंडेक्स है या क्रॉपिंग पैटर्न है या नन ऑफ दीज है। तो इसका जो सही आंसर होएगा ना इसका होएगा ऑप्शन नंबर चौथा होएगा क्रॉपिंग पैटर्न। बेसिकली क्रॉपिंग पैटर्न एक हुंदा की है, इसका मतलब हुंदा है प्रपोर्शन ऑफ एरिया अंडर द वेरियस क्रॉप्स एट ए पॉइंट ऑफ टाइम।
ਜਿਵੇਂ ਕਿ ਦੇਖੋ ਪ੍ਰੋਪੋਰਸ਼ਨ ਕਰਨਾ ਏਰੀਆ ਅੰਡਰ ਦਾ ਵੇਰੀਅਸ ਕ੍ਰੌਪ ਐਟ ਏ ਪੁਆਇੰਟ ਆਫ ਟਾਈਮ, ਠੀਕ ਹੈ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਕ੍ਰੌਪ ਸਟੈਟਿਸਟਿਕਸ ਪਬਲਿਸ਼ ਕੀਤਾ ਗਿਆ ਸੀਗਾ ਗਵਰਨਮੈਂਟ ਆਫ ਇੰਡੀਆ ਦੁਆਰਾ। ਬੇਸਿਕਲੀ ਕੀ ਹੈ ਕਿ ਡੋਨੇਟ ਕਰਨ ਵਾਸਤੇ ਕ੍ਰੌਪਿੰਗ ਪੈਟਰਨ ਹੈ। ਜਿਵੇਂ ਕਿ ਆਪਾਂ ਥੋੜਾ ਜਿਹਾ ਐਗਜ਼ਾਮਪਲ ਹੋਰ ਸਮਝ ਲਈਏ, ਆਪਾਂ ਪੂਰਾ ਡਿਟੇਲ ਚ ਸਮਝਦੇ ਹਾਂ ਕਿ ਜੋ ਬੇਸਿਕਲੀ ਕ੍ਰੌਪਿੰਗ ਪੈਟਰਨ ਹੁੰਦਾ ਕੀ ਹੈ। ਕ੍ਰੌਪਿੰਗ ਪੈਟਰਨ ਦਾ ਮਤਲਬ ਮੈਂ ਇੱਥੇ ਸਿੱਧੀ ਭਾਸ਼ਾ 'ਚ ਤੁਹਾਨੂੰ ਸਮਝਾਵਾਂ ਕਿ ਫਸਲਾਂ ਦੀ ਕਿਸਮ ਔਰ ਫਸਲਾਂ ਦਾ ਪੈਟਰਨ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। ਲਾਈਕ ਆਪਾਂ ਐਗਜ਼ਾਮਪਲ ਸਮਝਦੇ ਹਾਂ, ਕਣਕ ਬੀਜੀ ਹੈ, ਕਣਕ ਜਦੋਂ ਬੱਲੀਆਂ ਦੀਆਂ ਪੂਰੀਆਂ ਬਣ ਗਈਆਂ, ਬੱਲੀਆਂ ਬਣਨ ਤੋਂ ਬਾਅਦ ਆਟੋਮੈਟਿਕ ਕੀ ਹੋਏਗਾ ਨਾ, ਵਿਦਿਨ 4th ਮੰਥ ਤੋਂ ਬਾਅਦ ਇਹ ਕੀ ਹੋ ਜਾਏਗਾ, ਸੁੱਕਣੀਆਂ ਸ਼ੁਰੂ ਹੋ ਜਾਣਗੀਆਂ, ਪੂਰੇ ਦਾਣੇ ਬਣ ਗਏ। ਉਸ ਤੋਂ ਬਾਅਦ ਇਹਨੂੰ ਕੱਟਿਆ ਜਾਏਗਾ। ਬੇਸਿਕਲੀ ਪਹਿਲਾਂ ਲੋਕ ਕੀ ਕਰਦੇ ਸੀ, ਦਾਤੀਆਂ ਨਾਲ, ਮੈਂ ਕਹਿ ਸਕਦਾ ਕਿ ਹਾੜੀ ਲੋਕੀ ਵੱਢਦੇ ਹੁੰਦੇ ਸੀਗੇ। ਉਸ ਤੋਂ ਬਾਅਦਾਂ 'ਚ ਇਹ ਪੈਟਰਨ ਮਸ਼ੀਨੀਕਰਨ ਦੇ ਵਿੱਚ ਆ ਗਿਆ, ਤਾਂ ਹੁਣ ਡਾਇਰੈਕਟ ਲੋਕੀ ਕੀ ਕਰਦੇ ਆ, ਮਸ਼ੀਨ ਚਲਾ ਦਿੰਦੇ ਆ। ਮਸ਼ੀਨ ਨਾਲ ਕਣਕ ਹੁੰਦੀ ਵੱਖਰੀ ਹੋ ਜਾਂਦੀ ਹੈ। ਉਸ ਤੋਂ ਬਾਅਦ ਥੱਲੇ ਬਚਦਾ ਜਿਵੇਂ ਸੂੜ ਬਚ ਗਿਆ, ਜਿਹਨੂੰ ਆਪਾਂ ਤੂੜੀ ਕਹਿ ਦਿੰਦੇ ਆ, ਠੀਕ ਹੈ, ਪਲਰਾ ਟਾਈਪ ਦਾ ਜੋ ਹੁੰਦਾ ਆ। ਤਾਂ ਇਸ ਨੂੰ ਪਹਿਲਾਂ ਥ੍ਰੈਸਿੰਗ ਕੀਤਾ ਜਾਂਦਾ ਸੀਗਾ। ਭਾਰਤ ਦੇ ਉਪ ਮਹਾਦੀਪ ਖੇਤਰ ਦੇ ਵਿੱਚ ਖਰੀਫ ਅਤੇ ਰਬੀ ਦੀਆਂ ਦੋ ਫਸਲਾਂ ਨੇ, ਜਿਹੜੀਆਂ ਕਿ ਖਾਸ ਤੌਰ ਤੇ ਮੌਸਮ, ਧਰਤੀ ਅਤੇ ਵਨਸਪਤੀ ਔਰ ਫਲ ਔਰ ਪ੍ਰਭਾਵਿਤ ਤੇ ਖੇਤਰ ਤੇ ਚੱਲਦੀਆਂ ਹੈ। ਜਿਵੇਂ ਕਿ ਆਪਾਂ ਗੱਲ ਕਰੀਏ ਵੈਰਾਈਟੀਜ਼ ਆਫ ਕ੍ਰੌਪ ਦੀ ਗੱਲ ਕਰੀਏ, ਜਾਂ ਆਪਾਂ ਕਹਿ ਸਕਦੇ ਹਾਂ ਕਿ ਕ੍ਰੌਪ ਪੈਟਰਨ ਦੀ ਗੱਲ ਕਰਦੇ ਹਾਂ। ਖਾਸ ਤੌਰ ਤੇ ਡਿਪੈਂਡ ਕਰਦਾ ਹੈ ਕਿ ਜਿਵੇਂ ਕਿ ਕਣਕ ਦੀ ਗੱਲ ਕਰੀਏ, ਚੌਲ ਹੋ ਗਿਆ, ਮੱਕਾ ਹੋ ਗਿਆ, ਬਾਜਰਾ ਹੋ ਗਿਆ, ਜਵਾਰ, ਇਹਨਾਂ ਤੋਂ ਕਾਰਬੋਹਾਈਡਰੇਟ ਪ੍ਰਾਪਤ ਹੁੰਦਾ ਹੈ। ਔਰ ਜਿਵੇਂ ਦਾਲਾਂ ਹੋ ਗਈਆਂ, ਚਨਾ, ਮਟਰ, ਉੜਦ, ਮੂੰਗ, ਅਰਹਰ, ਮਸੂਰ ਹੋ ਗਿਆ, ਇਹ ਬੇਸਿਕਲੀ ਪ੍ਰੋਟੀਨ ਵਾਲੀਆਂ ਨੇ। ਔਰ ਖਾਸ ਤੌਰ ਤੇ ਤੇਲ ਵਾਲੀਆਂ ਜਿਵੇਂ ਸੋਇਆਬੀਨ, ਮੂੰਗਫਲੀ, ਤਿਲ, ਅਰੰਡੀ, ਸਰੋਂ, ਠੀਕ ਹੈ, ਅਲਸੀ, ਸੂਰਜਮੁਖੀ, ਇਹਨਾਂ ਤੋਂ ਬੇਸਿਕਲੀ ਆਪਾਂ ਨੂੰ ਕੀ ਪ੍ਰਾਪਤ ਹੁੰਦਾ, ਇਹਨਾਂ ਤੋਂ ਹਾਈਬੋਡਰੇਟ ਮਤਲਬ ਕਿ ਕਾਰਬੋਹਾਈਡਰੇਟ ਜਿਵੇਂ ਵਸ਼ਾ ਪ੍ਰਾਪਤ ਹੁੰਦੀ ਹੈ। ਔਰ ਜਿੰਨੀਆਂ ਵੀ ਸਬਜ਼ੀਆਂ, ਮਸਾਲੇ, ਫਲ ਹੈ, ਵਿਟਾਮਿਨ ਹੈ, ਖਣਿਜ ਲਵਣ ਹੈਗੇ ਆ, ਬੇਸਿਕਲੀ ਕੁਝ ਦੇ ਵਿੱਚ ਪ੍ਰੋਟੀਨ ਹੈ, ਕਈਆਂ ਦੇ ਵਿੱਚ ਆਪਾਂ ਨੂੰ ਕਾਰਬੋਹਾਈਡਰੇਟ ਪ੍ਰਾਪਤ ਹੁੰਦਾ ਹੈ, ਔਰ ਕਈਆਂ ਦੇ ਵਿੱਚ ਆਪਾਂ ਨੂੰ ਫਾਸਫੋਰਸ ਹੈ, ਪੋਟੇਸ਼ੀਅਮ, ਬਲਕਿ ਫਾਸਫੋਰਸ ਆਪਾਂ ਕਵਾਂਗੇ, ਠੀਕ ਹੈ। ਬੇਸਿਕਲੀ ਕੀ ਹੈ ਨਾ ਕਿ ਕ੍ਰੌਪ ਆਫ ਇੰਡੀਆ ਦੇ ਵਿੱਚ ਦੋ ਤਰੀਕੇ ਦੀ ਕ੍ਰੌਪ ਮੰਨੀ ਜਾਂਦੀ ਹੈ। ਇੱਕ ਤਾਂ ਕੈਸ਼ ਕ੍ਰੌਪ ਜਿਹਨੂੰ ਆਪਾਂ ਖਰੀਫ ਫਸਲ ਕਹਿੰਦੇ ਹਾਂ, ਰਬੀ ਦੀ ਤੁਹਾਨੂੰ ਪਤਾ ਹੀ ਹੈ। ਤਾਂ ਇਹਨਾਂ ਦੀ ਪੂਰੇ ਪੈਟਰਨ ਔਰ ਪ੍ਰਕਿਰਿਆ ਨੂੰ ਜਾਣਨਾ ਹੀ ਆਪਾਂ ਕਹਿ ਸਕਦੇ ਹਾਂ ਕ੍ਰੌਪਿੰਗ ਪੈਟਰਨ ਹੁੰਦਾ ਆ, ਠੀਕ ਹੈ। ਵੀ ਹੁਣ ਆਪਾਂ ਕਣਕ ਕੱਢੀ ਔਰ ਉਸ ਤੋਂ ਬਾਅਦ ਫਟਾਫਟ ਆਪਾਂ ਕਿਹੜੀ ਫਸਲ ਬੀਜੀਏ, ਤਾਂ ਕਿ ਫਸਲ ਸਾਡੇ ਬੇਸਿਕਲੀ ਮੌਸਮ ਅਤੇ ਬਿਮਾਰੀ ਤੋਂ ਬਚਤ ਹੋ ਸਕੇ। ਸਿੰਪਲ ਜੀ ਭਾਸ਼ਾ 'ਚ ਤੁਸੀਂ ਸਮਝ ਸਕਦੇ ਹੋ। ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ। ਚਲਿਏ, ਕੁਝ ਸਟੂਡੈਂਟਸ ਬੜੇ ਉਤਸੁਕ ਹੁੰਦੇ ਨੇ, ਮੇਜਰ ਕ੍ਰੌਪ ਦੀ ਗੱਲ ਕਰਦੇ ਆ। ਤਾਂ ਬੇਸਿਕਲੀ ਵਾਪਸ ਤੋਂ ਕੁਝ ਚੀਜ਼ਾਂ ਮੈਂ ਇੰਪੋਰਟੈਂਟ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਸੀਗਾ। ਕਣਕ ਸਭ ਤੋਂ ਜ਼ਿਆਦਾ ਹੁੰਦੀ ਹੈ ਯੂਪੀ ਦੇ ਵਿੱਚ। ਸਾਡੇ ਪੰਜਾਬ ਸੂਬੇ ਦਾ ਨੰਬਰ ਹੁੰਦਾ ਦੂਜਾ, ਯਾਦ ਰੱਖਣਾ। ਇਸ ਤੋਂ ਬਾਅਦ ਹੁੰਦਾ ਮੱਧ ਪ੍ਰਦੇਸ਼ ਯਾਨੀ MP, ਠੀਕ ਹੈ, ਯਾਦ ਰੱਖਣਾ ਕਣਕ ਦੇ ਵਿੱਚ। ਜਿੱਥੋਂ ਤੱਕ ਗੱਲ ਕਰਦੇ ਹਾਂ ਰਾਈਸ ਦੇ ਵਿੱਚ ਸਭ ਤੋਂ ਜ਼ਿਆਦਾ ਵੈਸਟ ਬੰਗਾਲ ਦੇ ਵਿੱਚ ਹੈ, ਠੀਕ ਹੈ। ਇਹ ਚੀਜ਼ਾਂ ਤੁਸੀਂ ਨੋਟ ਵੀ ਕਰ ਸਕਦੇ ਹੋ, ਮੈਂ ਵਾਪਸ ਤੋਂ ਰਿਪੀਟ ਕਰਾਵਾਂਗਾ। ਨੰਬਰ ਦੂਜੇ ਤੇ ਆਉਂਦਾ ਯੂਪੀ ਰਾਈਸ ਦੇ ਵਿੱਚ, ਠੀਕ ਹੈ। ਹੁਣ ਇਸ ਤੋਂ ਇਲਾਵਾ ਆ ਜਾਓ ਤੀਜੇ ਪੁਆਇੰਟ ਤੇ। ਤੀਜੇ ਪੁਆਇੰਟ ਦਾ ਮਤਲਬ ਹੁੰਦਾ ਚਨਾ, ਜਿਹਨੂੰ ਆਪਾਂ ਛੋਲੇ ਕਹਿ ਦਿੰਦੇ ਹਾਂ। ਇਹ ਹੁੰਦੇ ਮੱਧ ਪ੍ਰਦੇਸ਼ ਦੇ ਵਿੱਚ, ਔਰ ਦੂਜਾ ਜਿਵੇਂ ਤਮਿਲਨਾਡੂ ਵਗੈਰਾ ਹੋ ਗਿਆ, ਠੀਕ ਹੈ। ਜੌਂ ਹੈ, ਜਿਹੜੇ ਜੌਂ ਹੁੰਦੇ ਆ, ਇਹ ਮਹਾਰਾਸ਼ਟਰ MP ਦੇ ਵਿੱਚ ਜ਼ਿਆਦਾ ਹੋ ਗਿਆ, ਫਿਰ UP ਦੇ ਵਿੱਚ ਹੋ ਗਿਆ, ਔਰ ਫਿਰ ਹੁੰਦਾ ਰਾਜਸਥਾਨ, ਠੀਕ ਹੈ। ਜੌਂ। ਬਾਜਰੇ ਦੀ ਗੱਲ ਕਰਦੇ ਹਾਂ ਦੋਸਤੋ, ਠੀਕ ਹੈ, ਬਾਜਰੇ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ। ਮਹਾਰਾਸ਼ਟਰ ਦੇ ਵਿੱਚ ਬਾਜਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਨੰਬਰ 2 ਹੁੰਦਾ ਗੁਜਰਾਤ ਦੇ ਵਿੱਚ, ਔਰ ਨੰਬਰ ਤੀਜਾ ਹੁੰਦਾ ਰਾਜਸਥਾਨ ਦੇ ਵਿੱਚ, ਠੀਕ ਹੈ। ਇਹ ਤਾਂ ਹੋ ਗਈਆਂ ਗ੍ਰੇਨ ਵਾਲੀਆਂ। ਕਿਹੜੀਆਂ ਫਸਲਾਂ ਕਹਿੰਦੇ ਆਪਾਂ, ਗ੍ਰੇਨ ਵਾਲੀਆਂ। ਯਾਦ ਰੱਖੋ ਕਿਹੜੀਆਂ ਫਸਲਾਂ ਹੋ ਗਈਆਂ ਦੋਸਤੋ, ਗ੍ਰੇਨ ਵਾਲੀਆਂ, ਅਨਾਜ ਵਾਲੀਆਂ। ਹੁਣ ਆਪਾਂ ਗੱਲ ਕਰਦੇ ਹਾਂ ਕੈਸ਼ ਕ੍ਰੌਪ ਹੋ ਗਈਆਂ। ਕੈਸ਼ ਕ੍ਰੌਪ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਸ਼ੂਗਰਕੇਨ, ਗੰਨਾ। ਸ਼ੂਗਰਕੇਨ ਹੁੰਦਾ ਸਭ ਤੋਂ ਜ਼ਿਆਦਾ UP ਦੇ ਵਿੱਚ, ਮਹਾਰਾਸ਼ਟਰ 'ਚ ਦੂਜਾ ਨੰਬਰ ਹੈ, ਸਾਡੇ ਪੰਜਾਬ ਦਾ ਕੋਈ ਨੰਬਰ ਲਾਗੇ ਤਾਂ ਅੱਗੇ ਨਹੀਂ ਹੈ। ਇਸ ਤੋਂ ਬਾਅਦ ਹੋਗਾ ਖਸਖਸ ਦੀ ਫਸਲ ਹੈ। ਖਸਖਸ ਦੀ ਫਸਲ ਹੈ ਸਭ ਤੋਂ ਜ਼ਿਆਦਾ UP ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁੰਦੀ ਹੈ। ਇਹ ਹੋ ਗਈਆਂ ਕੈਸ਼ ਕ੍ਰੌਪ, ਠੀਕ ਹੈ। ਜਿਹੜੀਆਂ ਆਇਲ ਦੀਆਂ ਫਸਲਾਂ ਨੇ, ਤੇਲ ਵਾਲੀਆਂ ਤਿਲਹਨ ਫਸਲਾਂ ਨੇ ਦੋਸਤੋ, ਯਾਦ ਰੱਖਣਾ ਸਭ ਤੋਂ ਜ਼ਿਆਦਾ ਨਾਰੀਅਲ ਹੈ ਨਾ, ਜਿਹੜਾ ਕਿ ਕੋਕੋਨਟ ਹੈ, ਉਹ ਕੇਰਲਾ ਦੇ ਵਿੱਚ ਅਤੇ ਤਮਿਲਨਾਡੂ 'ਚ ਹੁੰਦਾ ਵਾ, ਠੀਕ ਹੈ। ਇੱਥੇ ਤੁਸੀਂ TN ਲਿਖ ਸਕਦੇ ਹੋ, ਤਮਿਲਨਾਡੂ ਹੋ ਗਿਆ। ਅਲਸੀ ਹੈ ਨਾ, ਅਲਸੀ ਸਭ ਤੋਂ ਜ਼ਿਆਦਾ ਰਾਜਸਥਾਨ ਹੈਗਾ, ਮੱਧ ਪ੍ਰਦੇਸ਼ ਅਤੇ ਹਰਿਆਣਾ ਦੇ ਵਿੱਚ ਹੁੰਦੀ ਹੈ। ਮੂੰਗਫਲੀ ਦੀ ਗੱਲ ਕਰਦੇ ਹਾਂ, ਮੂੰਗਫਲੀ ਸਭ ਤੋਂ ਜ਼ਿਆਦਾ ਗੁਜਰਾਤ ਦੇ ਵਿੱਚ ਹੈ, ਅਤੇ ਆਂਧਰਾ ਪ੍ਰਦੇਸ਼, AP ਅਤੇ ਤਮਿਲਨਾਡੂ। ਇਦਾਂ ਨਹੀਂ ਸੋਚ ਲੈਣਾ ਸਾਡੇ ਪੜੋਸੀ ਰਾਜ, ਐਸਾ ਕੁਝ ਵੀ ਨਹੀਂ ਹੈ, ਗੁਜਰਾਤ 'ਚ ਸਭ ਤੋਂ ਜ਼ਿਆਦਾ ਆ। ਹੁਣ ਗੱਲ ਕਰਦੇ ਹਾਂ ਸਫੇਦ ਸਰੋਂ। ਸਫੇਦ ਸਰੋਂ ਦੇ ਵਿੱਚ ਰਾਜਸਥਾਨ ਦਾ ਨੰਬਰ ਟੌਪ ਤੇ ਹੈ, ਮੱਧ ਪ੍ਰਦੇਸ਼ ਦਾ ਦੂਜਾ ਨੰਬਰ ਹੈ, ਅਤੇ ਹਰਿਆਣਾ ਦਾ ਤੀਜਾ ਨੰਬਰ ਹੈ, ਠੀਕ ਹੈ। ਇਸ ਤੋਂ ਇਲਾਵਾ ਗੱਲ ਕਰਦੇ ਹਾਂ ਤਿਲ ਹੁੰਦੇ ਨੇ ਜਿਹੜੇ, ਠੀਕ ਹੈ। ਤਿਲਾਂ ਦੇ ਵਿੱਚ UP ਦਾ ਪਹਿਲਾ ਨੰਬਰ ਹੈ ਅਤੇ ਰਾਜਸਥਾਨ ਦਾ ਦੂਜਾ ਨੰਬਰ ਹੈ, ਇਹ ਵੀ ਯਾਦ ਰੱਖਣਾ। ਹੁਣ ਗੱਲ ਕਰਦੇ ਹਾਂ ਸੂਰਜਮੁਖੀ ਦੀ। ਸੂਰਜਮੁਖੀ ਦੀ ਫਸਲ ਕਰਨਾਟਕਾ ਦੇ ਵਿੱਚ ਸਭ ਤੋਂ ਜ਼ਿਆਦਾ ਹੈ, AP ਦੇ ਵਿੱਚ ਨੰਬਰ ਦੂਜੇ ਤੇ ਹੈ, ਮਹਾਰਾਸ਼ਟਰ ਤੇ ਨੰਬਰ ਤੀਜੇ ਤੇ ਹੈ। ਜਿੱਦਾਂ ਮੈਂ ਯਾਦ ਕੀਤੀਆਂ, ਇਹਨਾਂ ਨੂੰ ਰੱਟਾ ਮਾਰ ਲਓ, ਯਾਦ ਕਰ ਲਓ। ਇਹ ਤੁਹਾਨੂੰ ਮੈਂ ਬਲਕਿ ਨਿਮੋਨਿਕਸ ਬਣਾ ਕੇ ਵੀ ਯਾਦ ਕਰਾ ਸਕਦਾ, ਬਟ ਫਿਰ ਵੀ ਮੇਰਾ ਫਰਜ਼ ਹੈ ਕਿ ਮੇਰੇ ਪਿਆਰੇ ਦੋਸਤਾਂ ਨੂੰ ਯਾਦ ਕਰਾਉਣਾ ਬਹੁਤ ਜ਼ਰੂਰੀ ਹੈ। ਫਾਈਬਰ ਕ੍ਰੌਪ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਕਾਟਨ ਯਾਨੀ ਕਪਾਹ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਦੇ ਵਿੱਚ ਨੰਬਰ 1 ਹੈ, ਤੇ ਗੁਜਰਾਤ ਦੇ ਵਿੱਚ ਨੰਬਰ ਦੂਜਾ ਆ।
ਜੂਟ ਦੀ ਗੱਲ ਕਰਦੇ ਹਾਂ, ਵੈਸਟ ਬੰਗਾਲ ਦੇ ਵਿੱਚ ਨੰਬਰ ਪਹਿਲਾ ਆ ਤੇ ਬਿਹਾਰ ਦੇ ਵਿੱਚ ਨੰਬਰ ਦੂਜਾ ਆ, ਠੀਕ ਹੈ। ਔਰ ਅਗਰ ਗਾਂਜੇ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਦੇ ਵਿੱਚ ਨੰਬਰ 1 ਹੈ ਤੇ ਯੂਪੀ ਦੇ ਵਿੱਚ ਨੰਬਰ 2 ਆ। ਇਹ ਵੀ ਤੁਸੀਂ ਯਾਦ ਰੱਖ ਲੈਣਾ, ਠੀਕ ਹੈ। ਚਲਿਏ ਹੁਣ ਵੱਧਦੇ ਹਾਂ ਆਪਾਂ ਅਗਲੇ ਪ੍ਰਸ਼ਨ ਵੱਲ, ਬੋਰ ਨਾ ਹੋ ਜਾਈਏ ਕਿਤੇ ਯਾਰ। ਇਹਨਾਂ ਚ ਵਿਚ ਇਜ਼ ਦਾ ਪਲਾਨ ਐਨਾਲਿਸਟ ਆਫ ਅਸੈਸਿੰਗ ਦਾ ਰਿਕੁਆਇਰਮੈਂਟ ਫॉर ਦਾ ਨਿਊਟ੍ਰੀਐਂਟਸ ਫॉर ਕ੍ਰੌਪ ਪ੍ਰੋਡਕਸ਼ਨ। ਕ੍ਰੌਪ ਪ੍ਰੋਡਕਸ਼ਨ ਵਾਸਤੇ ਪੁੱਛਿਆ ਗਿਆ ਵਾ, ਠੀਕ ਹੈ। ਕਿਹੜੀ ਪ੍ਰੋਡਕਸ਼ਨ ਬੇਸਿਕਲੀ ਇਹਨਾਂ ਵਿੱਚ ਯੂਜ਼ਫੁਲ ਹੈਗੀ, ਤੇ ਇਹਦਾ ਸਹੀ ਆਨਸਰ ਹੋਏਗਾ ਕ੍ਰੌਪ ਲੌਗਿੰਗ। ਬਿਲਕੁਲ ਰਾਈਟ ਆਨਸਰ ਹੈ ਕ੍ਰੌਪ ਲੌਗਿੰਗ, ਆਪਸ਼ਨ ਨੰਬਰ 3। ਵੈਰੀ ਗੁੱਡ ਗਾਇਸ, ਬਹੁਤ ਅੱਛਾ ਲੱਗ ਰਿਹਾ। ਸੈਸ਼ਨ ਸ਼ੇਅਰ ਕਰਦੇ ਚੱਲਿਓ, ਜੇ ਸ਼ੇਅਰ ਨਾ ਕੀਤਾ ਤਾਂ ਫਿਰ ਅਗਲਾ ਸੈਸ਼ਨ ਬੰਦ, ਕਹਾਣੀ ਖਤਮ ਹੈ। मतलब हाँ बिल्कुल 2-4 मिनट ਲਈ ਵੇਟ ਕਰੋ ਤੁਸੀਂ, और ये अगला क्वेश्चन ਤੁਹਾਡੇ ਕੋਲੇ ਆਏਗਾ। ਚਲਿਏ ਨੈਕਸਟ क्वेश्चन ਦੇਖ ਲੈਂਦੇ ਆਪਾਂ फटाफट, ठीक है। क्रॉप लॉगिंग ਦੀ ਐਡੀਸ਼ਨਲ ਜਾਣਕਾਰੀ ਤੁਹਾਨੂੰ ਇੱਥੇ ਦੇ ਰੱਖੀ ਹੈ। ਚਲਿਏ व्हाट इज ਦਾ ਜਿਵੇਂ ਆਪਾਂ ਬੇਸਿਕਲੀ ਯਾਰ ਸਿੰਪਲ ਜੀ ਗੱਲ ਹੈਗੀ ਹੈ। ਚਲਿਏ ਇਹਦਾ ਆਨਸਰ ਤੁਸੀਂ ਖੁਦ ਦੇਣਾ ਹੈ, ਬਲਕਿ ਮੈਂ ਟੀਚ ਕਰ ਚੁੱਕਿਆ 33ਵੇਂ ਨੰਬਰ ਦਾ ਕੁਐਸਚਨ ਦਾ ਆਨਸਰ ਤੁਸੀਂ ਖੁਦ ਦੇਣਾ। ਐਡੀਸ਼ਨਲ ਫੈਕਟ ਤੁਹਾਨੂੰ ਥੱਲੇ ਮਿਲ ਜਾਣਗੇ ਯਾਰ, ਚਿੰਤਾ ਕਿਉਂ ਕਰਦੇ ਹੋ, ਪਰੇਸ਼ਾਨੀ ਕਿਸ ਗੱਲ ਦੀ, ਪਟਵਾਰੀ ਤੁਸੀਂ ਬਣਨਾ ਹੈ ਹੋਰ ਪਟਵਾਰੀ ਪਟਵਾਰਨ ਜਿੰਨੇ ਵੀ ਨੇ, ਹਨਾ। ਚਲਿਏ 34ਵੇਂ ਨੰਬਰ ਦਾ ਆਨਸਰ ਤੁਹਾਨੂੰ ਮੈਂ ਦੱਸਾਂਗਾ, ਰੈਂਟ ਥਿਓਰੀ ਆਫ ਪ੍ਰੋਫਿਟ ਇਜ਼ ਗਿਵਨ ਬਾਈ ਹੋਮ। ਕਿਹਦੇ ਦੁਆਰਾ ਦਿੱਤਾ ਗਿਆ ਹੈ, ਇੰਪੋਰਟੈਂਟ ਹੈ, ਸਕਰੀਨਸ਼ਾਟ ਲੈ ਲਓ, ਰੱਟਾ ਮਾਰ ਲਓ, ਇਹ ਆਉਣਾ ਹੀ ਆਉਣਾ ਪੇਪਰ 'ਚ, ਠੀਕ ਹੈ। ਰੈਵਨਿਊ ਬੋਰਡ ਵਾਲਿਆਂ ਨੇ ਪਹਿਲਾਂ ਦੱਸਤਾ ਸੀ ਸਾਨੂੰ, ਕਹਿੰਦੇ ਵੀ ਇਹ ਸਵਾਲ ਅਸੀਂ ਪਾਵਾਂਗੇ, ਠੀਕ ਹੈ। ਪ੍ਰੋਫੈਸਰ ਪ੍ਰੋਫੈਸਰ LK ਵਾਲਕਰ ਬਿਲਕੁਲ ਰਾਈਟ ਆਨਸਰ ਹੋਏਗਾ। ਪ੍ਰੋਫੈਸਰ ਮਲਕੀ FA ਵਾਲਕਰ ਹੈ ਨਾ, ਇਹਨੇ ਪ੍ਰੋਪਾਉਂਡਡ ਕੀਤਾ ਸੀਗਾ ਥਿਓਰੀ ਆਫ ਪ੍ਰੋਫਿਟ, ਜਿਹਨੂੰ ਬੇਸਿਕਲੀ ਆਪਾਂ ਕਹਿੰਦੇ ਨੇ ਰੈਂਟ ਥਿਓਰੀ ਆਫ ਪ੍ਰੋਫਿਟ ਕਿਹਾ ਜਾਂਦਾ ਹੈ, ਕਿਉਂਕਿ ਅਕੋਰਡਿੰਗ ਟੂ ਹਿਮ ਉਹਦੇ ਮੁਤਾਬਿਕ ਜੋ ਰੈਂਟ ਹੁੰਦਾ ਹੈ ਨਾ, ਡਿਫਰੈਂਟ ਬਿਟਵੀਨ ਦਾ ਲੀਸਟ ਐਂਡ ਮੋਸਟ ਫਰਟਾਈਲ ਲੈਂਡ ਸਿਮਿਲਰਿਟੀਜ਼ ਦੇ ਵਿੱਚ ਹੁੰਦਾ ਵਾ। ਬੇਸਿਕਲੀ ਫਾਇਦੇ ਦਾ, ਪ੍ਰੋਫਿਟ ਦਾ ਅੰਤਰ ਅਰਨਿੰਗ ਅਤੇ ਲੀਸਟ ਔਰ ਮੋਸਟ ਜੋ ਇੰਟਰਪ੍ਰੀਨਿਓਰਸ਼ਿਪ ਹੈ ਉਹਦੇ 'ਚ ਹੈ। ਸਿੰਪਲ ਜੀ ਗੱਲ ਹੈ, ਜੋ ਘਾਟਾ ਵਾਧਾ, ਪ੍ਰੋਫਿਟ ਦਾ ਫਾਇਦਾ ਕੀ ਹੈ, ਲਾਗਤ ਹੋਈ ਵਾਪਸ ਪ੍ਰੋਡਕਸ਼ਨ ਹੋਈ। ਇਹ ਕਿਹਨੇ ਸਾਬਿਤ ਕੀਤਾ ਹੈ, ਪ੍ਰੋਫੈਸਰ FK ਵਾਲਕਰ। ਨੋਟ ਕਰ ਲਓ, ਕੋਈ ਜ਼ਿਆਦਾ ਟਫ ਨਹੀਂ ਹੈ। ਚਲਿਏ ਸਵਾਲ ਨੰਬਰ ਨੈਕਸਟ ਕਰਦੇ ਹਾਂ, ਕੁਐਸਚਨ ਨੰਬਰ 35ਵਾਂ ਦੇ, ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਦਾ ਪੈਰੇਲਲ ਕ੍ਰੌਪਿੰਗ। ਪੈਰੇਲਲ ਕ੍ਰੌਪਿੰਗ ਦਾ ਮਤਲਬ ਹੁੰਦਾ ਵੀ ਇੱਕ ਫਸਲ ਦੇ ਵਿਰੁੱਧ ਦੂਜੀ ਫਸਲ ਨੂੰ ਬੀਜਣਾ, ਠੀਕ ਹੈ। ਕਿਹੜੀ ਫਸਲ ਹੁੰਦੀ ਹੈ, ਜੋਟਾ ਦੱਸਣਾ ਇਹਨਾਂ ਚੋਂ। ਦੇਖੋ ਰਾਈਸ ਔਰ ਸ਼ੂਗਰ ਕੈਨ ਕਦੇ ਵੀ ਇਕੱਠੇ ਨਹੀਂ ਬੀਜੇ ਜਾਂਦੇ, ਇਹ ਚੀਜ਼ ਨੋਟ ਕਰ ਲਓ। ਟਮਾਟੋ, ਅਨੀਅਨ ਅਤੇ ਮੈਰੀਗੋਲਡ ਕਦੇ ਵੀ ਇਕੱਠਾ ਨਹੀਂ ਹੁੰਦਾ। ਸਰੋਂ ਅਤੇ ਕਣਕ ਬਿਲਕੁਲ ਇਕੱਠੀ ਫਸਲ ਬੀਜੀ ਜਾਂਦੀ ਹੈ, ਯਾਦ ਰੱਖੋ, ਇੰਪੋਰਟੈਂਟ ਹੈ। ਹਾਲਾਂਕਿ ਥੋੜੀ ਜਿਹੀ ਸਰੋਂ ਦੀ ਬਜਾਨ ਥੋੜਾ ਜਿਹਾ ਟਾਈਮ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਬਟ ਕਣਕ ਦੇ ਨਾਲ ਹੀ ਇਹਦੀ ਕਟਾਈ ਹੁੰਦੀ ਹੈ, ਠੀਕ ਹੈ। ਵੀ ਤੁਸੀਂ ਯਾਦ ਰੱਖਣਾ ਹੈ, ਥੋੜਾ ਜਿਹਾ ਕਣਕ ਤੋਂ ਪਹਿਲਾਂ ਵੀ ਹੋ ਜਾਂਦੀ, ਬਟ ਕਿਤੇ ਨਾ ਕਿਤੇ ਰਾਈਸ ਔਰ ਟਮਾਟੋ ਇਹਨਾਂ ਦਾ ਕੋਈ ਮੇਲ ਜੋਲ ਹੈ ਨਹੀਂਗਾ, ਤਾਂ ਤੁਸੀਂ ਯਾਦ ਰੱਖ ਸਕਦੇ ਹੋ। ਆਪਸ਼ਨ ਨੰਬਰ ਪਹਿਲਾ ਬਿਲਕੁਲ ਯਾਦ ਰੱਖਣਾ ਹੈ। Parallel cropping, under the cropping two crops are selected which have the different growth habits and have a zero competition between each other। competition ਇਹਨਾਂ 'ਚ zero ਰਹੇਗਾ। ਚਲਿਏ नेक्स्ट क्वेश्चन है, क्वेश्चन नंबर 36वां देखते हैं। कल्टीवेशन ऑफ मैंगो विद द राइस इज एग्जाम्पल ऑफ द कल्टीवेशन ऑफ मैंगो है ना, ਉਹਦਾ मतलब विद राइस एग्जाम्पल ਕਿਹੜਾ ਵਾ, ਉਹਨੂੰ ਕੀ ਦੇਖੋ, ਕਲਟੀਵੇਸ਼ਨ ਕਰਨਾ ਮੈਂਗੋ ਵਿਦ ਰਾਈਸ, ਤਾਂ ਇਸ ਨੂੰ ਕੀ ਕਹਿੰਦੇ ਆਪਾਂ, ਇਸ ਨੂੰ ਕਿਹਾ ਜਾਂਦਾ ਹੈ ਐਗਰੋ ਫੋਰੈਸਟਰੀ। ਨੋਟ ਕਰ ਲਓ, ਰੱਟਾ ਮਾਰ ਲਓ, ਐਗਰੋ ਫੋਰੈਸਟਰੀ ਕਿਹਾ ਜਾਂਦਾ ਹੈ। ਪਿਛਲੇ ਸਾਲ ਪੇਪਰ 'ਚ ਸਵਾਲ ਆਇਆ ਸੀਗਾ। ਲਗਭਗ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਗਰੋਨ ਅਲੋਂਗ ਵਿਦ ਦਾ ਐਗਰੀਕਲਚਰ ਕ੍ਰੌਪ, ਜਿਵੇਂ ਐਨੂਅਲੀ ਕ੍ਰੌਪ ਹੁੰਦੀ ਹੈ ਐਂਡ ਲਾਈਵ ਸਟੋਕ ਹੁੰਦਾ ਹੈ, ਇਸ ਪੂਰੀ ਪ੍ਰਕਿਰਿਆ ਨੂੰ ਐਗਰੋ ਫੋਰੈਸਟਰੀ ਕਿਹਾ ਜਾਂਦਾ ਹੈ। ਔਰ ਇਹਦਾ ਸਭ ਤੋਂ ਸੁਪਰ ਐਗਜ਼ਾਮਪਲ ਹੈ ਮੈਂਗੋ ਅਤੇ ਰਾਈਸ ਹੈ। ਚਲਿਏ ਬਈ 37 ਨੰਬਰ क्वेश्चन नंबर हैगा कि क्रॉप आर ग्रोन बिटवीन द रोज ऑफ ट्रीज और स्कब बल्कि सबस इज ए टाइप ऑफ विच क्रॉपिंग। ਹੁਣ ਤੁਹਾਨੂੰ ਸਮਝ ਘੱਟ ਲੱਗਿਆ ਹੋਵੇਗਾ, ਕਿਹੜੀ ਫਸਲ ਹੈ ਜਿਹੜੀ ਬੀਜੀ ਜਾਂਦੀ ਹੈ, ਯਾਨੀ ਡੰਡੀਆਂ ਬਣਾ ਕੇ, ਬੱਟਾਂ ਬਣਾ ਕੇ ਆਪਾਂ ਕਹਿ ਸਕਦੇ ਹਾਂ ਟਰੀਜ਼ ਪੇੜਾਂ ਨੂੰ, ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ ਸਬਸ ਬਣਾ ਕੇ, ਡੋਲੇ ਵਗੈਰਾ ਬਣਾ ਕੇ ਉਹਨਾਂ ਦੇ, ਠੀਕ ਹੈ। ਉਹ ਵਿਚ ਕ੍ਰੌਪਿੰਗ ਕਿਹੜੀ ਫਸਲ ਹੁੰਦੀ ਹੈ, ਤਾਂ ਦੋਸਤੋ ਇਸ ਨੂੰ ਕਹਿੰਦੇ ਨੇ ਐਲੀ ਕ੍ਰੌਪਿੰਗ। ਕੀ ਕਹਿੰਦੇ ਨੇ ਇਹਨੂੰ, ਐਲੀ ਕ੍ਰੌਪਿੰਗ ਕਹਿੰਦੇ ਆ। ਔਰ ਐਲੀ ਕ੍ਰੌਪਿੰਗ ਆਪਸ਼ਨ ਨੰਬਰ ਪਹਿਲਾ ਹੋਏਗਾ। ਐਲੀ ਕ੍ਰੌਪਿੰਗ ਹੁਣ ਕਿਵੇਂ ਕਿਹਾ ਜਾਂਦਾ ਹੈ, ਜਦੋਂ ਪੂਰੇ ਸਾਲ ਦੀ ਫਸਲ ਬੀਜੀ ਜਾਂਦੀ ਹੈ ਡੰਡੀਆਂ ਬਣਾ ਕੇ, ਸਬਸ ਬਣਾ ਕੇ, ਇਸ ਪ੍ਰਕਿਰਿਆ ਨੂੰ ਐਲੀ ਕ੍ਰੌਪਿੰਗ ਕਿਹਾ ਜਾਂਦਾ ਹੈ। ਖਾਸ ਤੌਰ ਤੇ ਕਿਉਂਕਿ ਇੱਥੇ ਫਰਟੀਲਾਈਜ਼ਰ ਜੋ ਮਲਚ ਮਟੀਰੀਅਲ ਹੈ, ਲਾਈਵ ਸਟੋਕ ਫੀਡ ਫਰੋਮ ਦਾ ਪਰਨਿੰਗ ਟਰੀਜ਼ ਔਰ ਸਬਸ ਵਾਸਤੇ ਬਹੁਤ ਹੀ ਉਪਜਾਊ ਪੂਰਨ ਹੁੰਦਾ ਹੈ। ਹੁਣ ਇਹਨੂੰ ਆਪਾਂ ਥੋੜਾ ਜਿਹਾ ਡਿਟੇਲ ਇਹਦੀ ਹੋਰ ਜਾਣਦੇ ਆਪਾਂ। ਜਿਵੇਂ ਖਾਸ ਤੌਰ ਤੇ ਭਿੰਡੀਆਂ ਵਗੈਰਾ ਬੀਜੀਆਂ ਜਾਂਦੀਆਂ, ਕੁਛ ਮਤਲਬ ਇਦਾਂ ਦੀ ਫਸਲ ਹੈਗੀ ਜਿਹੜੀ ਬੱਟਾਂ ਤੇ ਬੀਜੀ ਜਾਂਦੀ ਹੈ, ਜਿਸ ਕਰਕੇ ਪਾਣੀ ਦੀ ਬਚਤ ਹੈ ਅਤੇ ਖਾਦ ਸਪਰੇ ਰੇ ਦੀ ਵੀ ਬਚਤ ਹੁੰਦੀ ਹੈ। ਤਾਂ ਹੁਣ ਤੁਹਾਨੂੰ ਮੈਂ 3 ਕੁਐਸਚਨ ਦੇ ਰਿਹਾ ਫੋਰ ਅ ਟੈਸਟ ਵਾਸਤੇ, ਪਲੀਜ਼ ਇਹਨਾਂ ਨੂੰ ਨੋਟ ਡਾਊਨ ਕਰੋ।
पहला क्वेश्चन ਤੁਹਾਨੂੰ ਦੇ ਰੱਖਿਆ ਕਿ ਵਿਚ ਆਫ ਦਾ ਫੋਲੋਇੰਗ ਟਰੂ ਵਿਦ ਦਾ ਰਿਸਪੈਕਟ ਆਫ ਪੈਰਲਲ ਕ੍ਰੌਪਿੰਗ। ਇਹਦਾ ਆਨਸਰ ਤੁਸੀਂ ਕਮੈਂਟਸ ਦੇਣਾ ਹੈ। ਮੈਨੂੰ ਉਮੀਦ ਹੈ ਬਹੁਤ ਇੰਪੋਰਟੈਂਟ ਪਟਵਾਰੀ ਤੁਸੀਂ ਸ਼ਾਨਦਾਰ ਤਿਆਰੀ ਕਰ ਰਹੇ ਹੋ, ਇਹਦਾ ਆਨਸਰ ਬਹੁਤ ਇੰਪੋਰਟੈਂਟ ਦੇ ਸਕਦੇ ਹੋ। ਨੈਕਸਟ ਕੁਐਸਚਨ ਹੈ ਰੀਹਾਰਵੈਸਟਿੰਗ ਇਜ਼ ਆਲਸੋ ਨੋਨ ਐਜ਼। ਰੀਹਾਰਵੈਸਟਿੰਗ ਨੂੰ ਕੀ ਕਿਹਾ ਜਾਂਦਾ ਹੈ? ਠੀਕ ਹੈ, ਇਹਦੇ ਵੀ 5 ਆਪਸ਼ਨ ਤੁਹਾਨੂੰ ਗਿਵਨ ਹੈ, ਜਿਹੜਾ ਚੰਗਾ ਲੱਗਦਾ ਉਹੀ ਆਨਸਰ ਕਮੈਂਟਸ ਦੇ ਦਿਓ। और अज की सीरीज का अंतिम क्वेश्चन दे रखा है कि ग्रोविंग 2 और मोर क्रॉप इन द सेम पीस ऑफ लैंड ड्यूरिंग द सिंगल सीजन। एक सीजन दे विच 2 या 2 तो ज़्यादा फसलां बीजियां जांदियां ने, हिस्से बना के उन्होंने की कहते हैं, मिक्स फार्मिंग कहने हैं, या आपां मल्टीपल क्रॉपिंग कहने हैं, या मिक्सड क्रॉपिंग कहने हैं, या मोनोकल्चर कहने हैं, या कुछ भी नहीं कहते। इंपॉर्टेंट है। आई होप तुसी सवाल दे आंसर दे सकते हो। ਤੁਹਾਨੂੰ ਕਿੱਦਾਂ ਲੱਗਿਆ ਅੱਜ ਦਾ ਸੈਸ਼ਨ ਮੈਨੂੰ ਜ਼ਰੂਰ ਦੱਸਣਾ ਹੈ। ਮੈਂ ਉਮੀਦ ਕਰਦਾ ਇਦਾਂ ਹੀ ਆਪਾਂ ਧਾਕੜ ਦਾ ਸੈਸ਼ਨ ਨੈਕਸਟ ਵੀ ਲੈ ਕੇ ਮਿਲਾਂਗੇ। ਤਦ ਤੱਕ ਖਿਆਲ ਰੱਖੋ। ਟੇਕ ਕੇਅਰ। ਬਾਏ ਬਾਏ।